ਗੁੱਡ ਮਾਰਨਿੰਗ ਸਟੂਡੈਂਟਸ। ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਆਪਾਂ ਪਿਛਲੀ ਕਲਾਸ ਵਿੱਚ ਸ਼ਬਦ ਰਚਨਾ ਬਾਰੇ ਪੜ੍ਹਿਆ ਸੀ। ਬਣਤਰ ਦੇ ਆਧਾਰ 'ਤੇ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ, ਮੂਲ ਸ਼ਬਦ ਜਾਂ ਧਾਤੂ ਸ਼ਬਦ ਅਤੇ ਦੂਸਰੇ ਰਚਿਤ ਸ਼ਬਦ। ਮੂਲ ਸ਼ਬਦ ਕਿਹੜੇ ਹੁੰਦੇ ਹਨ? ਜਿਹੜੇ ਸ਼ਬਦ ਕਿਸੇ ਦੂਸਰੇ ਸ਼ਬਦ ਦੀ ਸਹਾਇਤਾ ਤੋਂ ਬਿਨਾਂ ਬਣੇ ਹੋਣ ਉਹਨਾਂ ਨੂੰ ਮੂਲ ਸ਼ਬਦ ਜਾਂ ਧਾਤੂ ਸ਼ਬਦ ਕਿਹਾ ਜਾਂਦਾ ਹੈ। ਦੂਸਰੇ ਹੁੰਦੇ ਆ ਰਚਿਤ ਸ਼ਬਦ। ਉਹ ਸ਼ਬਦ ਜਿਹੜੇ ਕਿਸੇ ਹੋਰ ਸ਼ਬਦ ਜਾਂ ਭਾਵਾਂਸ਼ ਦੀ ਸਹਾਇਤਾ ਨਾਲ ਬਣੇ ਹੋਣ ਰਚਿਤ ਸ਼ਬਦ ਅਖਵਾਉਂਦੇ ਹਨ। ਰਚਿਤ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ, ਸਮਾਸੀ ਸ਼ਬਦ ਔਰ ਉਤਪੰਨ ਸ਼ਬਦ। ਆਪਾਂ ਸਮਾਸੀ ਸ਼ਬਦ ਬਾਰੇ ਚਰਚਾ ਕਰ ਚੁੱਕੇ ਹਾਂ ਔਰ ਸਮਾਸੀ ਸ਼ਬਦ ਕੀ ਹੁੰਦੇ ਆ ਆਪਾਂ ਨੂੰ ਪਤਾ ਹੈ। ਅੱਜ ਆਪਾਂ ਉਤਪੰਨ ਸ਼ਬਦ ਬਾਰੇ ਪੜ੍ਹਾਂਗੇ। ਉਤਪੰਨ ਸ਼ਬਦ ਕੀ ਹੁੰਦੇ ਹਨ ਅਤੇ ਉਤਪੰਨ ਸ਼ਬਦਾਂ ਤੋਂ ਅਗੇਤਰ ਪਿਛੇਤਰ ਕਿਸ ਤਰ੍ਹਾਂ ਬਣਦੇ ਹਨ। ਉਤਪੰਨ ਸ਼ਬਦ ਕਿਹਾ ਕਿਹਨੂੰ ਜਾਂਦਾ ਹੈ? ਉਹ ਰਚਿਤ ਸ਼ਬਦ ਜਿਹੜੇ ਮੂਲ ਸ਼ਬਦਾਂ ਨਾਲ ਵਧੇਤਰ ਮਤਲਬ ਵੱਧ ਕੇ ਭਾਵ ਅਗੇਤਰ ਜਾਂ ਪਿਛੇਤਰ ਲਾ ਕੇ ਬਣਾਏ ਜਾਣ, ਉਹਨਾਂ ਨੂੰ ਉਤਪੰਨ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਸ਼ਬਦ ਹੈ ਮਨਪਸੰਦ। ਇਸ ਸ਼ਬਦ ਵਿੱਚ ਮੂਲ ਸ਼ਬਦ ਹੈ ਪਸੰਦ, ਇਸ ਨਾਲ ਅਗੇਤਰ ਲੱਗਿਆ ਹੈ ਮਨ, ਤਾਂ ਸ਼ਬਦ ਕੀ ਬਣਿਆ? ਮਨਪਸੰਦ। ਇਸ ਵਿੱਚ ਮੂਲ ਸ਼ਬਦ ਪਸੰਦ ਹੈ ਔਰ ਇਹਦੇ ਨਾਲ ਅਗੇਤਰ ਕਿਹੜਾ ਲੱਗਿਆ ਹੋਇਆ ਹੈ? ਮਨ। ਦੂਸਰਾ ਸ਼ਬਦ ਹੈ ਨਾਟਕਕਾਰ। ਇਹਦੇ ਵਿੱਚ ਮੂਲ ਸ਼ਬਦ ਨਾਟਕ ਹੈ ਔਰ ਕਾਰ ਇਹਦੇ ਨਾਲ ਪਿਛੇਤਰ ਲੱਗਿਆ ਹੋਇਆ ਹੈ। ਬੇਟਾ ਉਤਪੰਨ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ, ਅਗੇਤਰ, ਪਿਛੇਤਰ। ਅੱਜ ਦੀ ਕਲਾਸ ਵਿੱਚ ਆਪਾਂ ਅਗੇਤਰ ਬਾਰੇ ਪੜ੍ਹਾਂਗੇ, ਜਿਸ ਨੂੰ ਇੰਗਲਿਸ਼ ਵਿੱਚ ਪ੍ਰੀਫਿਕਸ ਵੀ ਕਿਹਾ ਜਾਂਦਾ ਹੈ। ਅਗੇਤਰ ਆਖਦੇ ਕਿਸ ਨੂੰ ਹਨ? ਅਗੇਤਰ ਉਹ ਸ਼ਬਦਾਂਸ਼ ਜਾਂ ਭਾਸ਼ਾ ਤੱਤ ਹੁੰਦੇ ਹਨ, ਭਾਸ਼ਾ ਦੇ ਤੱਤ ਹਿੱਸੇ ਹੁੰਦੇ ਹਨ ਜਿਹੜੇ ਮੂਲ ਸ਼ਬਦਾਂ ਦੇ ਅੱਗੇ ਜੁੜ ਕੇ ਇੱਕ ਨਵਾਂ ਅਤੇ ਸਾਰਥਕ ਸ਼ਬਦ ਬਣਾਉਂਦੇ ਹਨ। ਉਹਨਾਂ ਨੂੰ ਅਗੇਤਰ ਕਿਹਾ ਜਾਂਦਾ ਹੈ। ਜਿਵੇਂ ਬਹੁਪਰਤੀ, ਅਤਕਥਨੀ, ਬਦਕਿਸਮਤ ਆਦਿ ਸ਼ਬਦਾਂ ਵਿੱਚ ਬਹੁ, ਅਤ ਅਤੇ ਬਦ ਅਗੇਤਰ ਹਨ। ਹੁਣ ਧਿਆਨ ਰੱਖਣਯੋਗ ਗੱਲ ਕੀ ਹੈ ਕਿ ਅਗੇਤਰ ਜਾਂ ਜਿਹੜੇ ਸ਼ਬਦਾਂਸ਼ ਹੁੰਦੇ ਆ, ਸ਼ਬਦ ਦਾ ਹਿੱਸਾ ਹੁੰਦੇ ਆ ਨਾ ਅਗੇਤਰ, ਵੀ ਸਾਰਥਕ ਹੁੰਦੇ ਹੈ ਅਤੇ ਜਿਹੜੇ ਸ਼ਬਦਾਂ ਨੂੰ ਇਹ ਲੱਗਦੇ ਹਨ, ਮੂਲ ਸ਼ਬਦਾਂ ਨਾਲ ਇਹਨਾਂ ਨੂੰ ਜੋੜਿਆ ਜਾਂਦਾ ਹੈ, ਉਹ ਵੀ ਸਾਰਥਕ ਹੁੰਦੇ ਹੈ ਅਤੇ ਇਹਨਾਂ ਨਾਲ ਜਿਹੜਾ ਨਵਾਂ ਸ਼ਬਦ ਬਣਦਾ ਹੈ ਉਹ ਵੀ ਸਾਰਥਕ ਹੁੰਦਾ ਹੈ। ਇਹ ਧਿਆਨ ਰੱਖਣਯੋਗ ਗੱਲ ਹੈ। ਜਿਵੇਂ ਅਗੇਤਰ ਹੈ ਅਤ, ਮੂਲ ਸ਼ਬਦ ਹੈ ਕਥਨੀ ਅਤੇ ਨਵਾਂ ਸ਼ਬਦ ਬਣਿਆ ਅਤਕਥਨੀ। ਹੁਣ ਅਤ ਦਾ ਵੀ ਅਰਥ ਹੈ ਬਹੁਤ, ਕਥਨੀ ਦਾ ਵੀ ਅਰਥ ਹੈ ਕਹਿਣਾ, ਔਰ ਜਿਹੜਾ ਨਵਾਂ ਸ਼ਬਦ ਬਣਿਆ ਹੈ ਅਤਕਥਨੀ, ਵਧਾ ਚੜ੍ਹਾ ਕੇ ਕਹੀ ਹੋਈ ਗੱਲ, ਤਾਂ ਇਹਦਾ ਵੀ ਅਰਥ ਹੈ। ਪਰ ਜੇਕਰ ਕਿਸੇ ਸ਼ਬਦ ਨੂੰ ਵੱਖ ਕੀਤਿਆਂ, ਅੱਡ ਕੀਤਿਆਂ ਉਸ ਵਿੱਚੋਂ ਮੂਲ ਸ਼ਬਦ ਹੀ ਸਾਰਥਕ ਹੋਵੇ ਅਤੇ ਨਾ ਹੀ ਅਗੇਤਰ ਸਾਰਥਕ ਹੋਵੇ, ਤਾਂ ਅਜਿਹੇ ਸ਼ਬਦਾਂ ਨੂੰ ਅਗੇਤਰ ਲੱਗਾ ਉਤਪੰਨ ਸ਼ਬਦ ਨਹੀਂ ਗਿਣਿਆ ਜਾਵੇਗਾ। ਉਹ ਅਜਿਹਾ ਸ਼ਬਦ ਆਪਣੇ ਆਪ ਵਿੱਚ ਹੀ ਸੰਪੂਰਨ ਅਤੇ ਸਾਰਥਕ ਸ਼ਬਦ ਹੋ ਸਕਦਾ ਹੈ। ਇਹ ਧਿਆਨ ਰੱਖਣਯੋਗ ਗੱਲ ਹੈ। ਜਿਵੇਂ ਆਪਾਂ ਦੇਖਦੇ ਹਾਂ ਬਦ ਸ਼ਕਲ, ਬਦਤਮੀਜ਼, ਬਦਨਾਮ ਸ਼ਬਦ ਅਗੇਤਰ ਲੱਗੇ ਸਾਰਥਕ ਸ਼ਬਦ ਹਨ। ਜਿਵੇਂ ਬਦ ਪਲਸ ਕਿਸਮਤ, ਬਦ ਪਲਸ ਸੂਰਤ, ਬਦਸੂਰਤ, ਬਦ ਪਲਸ ਰੰਗ, ਬਦਰੰਗ। ਪਰ ਬਦਮਾਸ਼, ਬਦਾਮ, ਬੱਦਲ ਸ਼ਬਦ ਅਗੇਤਰ ਲੱਗੇ ਸ਼ਬਦ ਨਹੀਂ ਅਖਵਾ ਸਕਦੇ, ਕਿਉਂਕਿ ਇਹ ਵੰਡ ਅਨੁਸਾਰ ਨਿਰਾਰਥਕ ਹੋ ਜਾਣਗੇ। ਜਿਵੇਂ ਬਦ ਪਲਸ ਮਾਸ਼, ਬਦ ਪਲਸ ਆਮ, ਬਦ ਪਲਸ ਲਓ।
ਜਿਹੜੇ ਇਹ ਸ਼ਬਦ ਹੈ ਇਹਨਾਂ ਵਿੱਚ ਬਦਮਾਸ਼ ਵਿੱਚ ਬਦ ਦਾ ਤਾਂ ਅਰਥ ਹੈ ਪਰ ਮਾਸ਼ ਦਾ ਕੋਈ ਅਰਥ ਨਹੀਂ ਹੈ। ਬਦਾਮ ਵਿੱਚ ਬਦ ਦਾ ਅਰਥ ਹੈ ਪਰ ਆਮ ਦਾ ਨਹੀਂ ਹੈ। ਇਸੇ ਤਰ੍ਹਾਂ ਬੱਦਲ ਵਿੱਚ। ਸੋ ਤੁਸੀਂ ਅਗੇਤਰ ਲਾਉਣ ਵੇਲੇ ਜਿਹੜੀ ਗੱਲ ਧਿਆਨ ਰੱਖਣੀ ਹੈ ਉਹ ਇਹ ਹੈ ਕਿ ਅਗੇਤਰ ਦਾ ਵੀ ਅਰਥ ਹੁੰਦਾ ਹੈ ਅਤੇ ਮੂਲ ਸ਼ਬਦ ਦਾ ਵੀ ਆਪਣਾ ਅਰਥ ਹੁੰਦਾ ਹੈ, ਅਤੇ ਜਿਹੜਾ ਨਵਾਂ ਸ਼ਬਦ ਬਣਾਉਣਾ ਹੈ ਉਹਦਾ ਵੀ ਅਰਥ ਹੋਣਾ ਚਾਹੀਦਾ ਹੈ, ਉਹ ਸ਼ਬਦ ਸਾਰਥਕ ਹੋਣਾ ਚਾਹੀਦਾ ਹੈ। ਅਤੇ ਇਸ ਤਰ੍ਹਾਂ ਅਗੇਤਰਾਂ ਤੋਂ ਸ਼ਬਦ ਕਿਵੇਂ ਬਣਦੇ ਹਨ ਇਹ ਧਿਆਨ ਨਾਲ ਸ਼ਬਦ ਬਣਾਉਣੇ ਹੈ ਬੇਟਾ, ਇਹਨਾਂ ਨੂੰ ਯਾਦ ਕਰਨਾ ਪਏਗਾ। ਪੇਪਰ ਵਿੱਚ ਤੁਹਾਨੂੰ ਆਏ ਅਗੇਤਰ ਦਿੱਤੇ ਹੋਣਗੇ, ਉਹਨਾਂ ਨਾਲ ਮੂਲ ਸ਼ਬਦ ਲਾ ਕੇ ਨਵੇਂ ਸ਼ਬਦ ਬਣਾਉਣੇ ਹੋਣਗੇ। ਇਹ MCQs ਵਾਲਾ ਪ੍ਰਸ਼ਨ ਨਹੀਂ ਹੈ। ਅਗੇਤਰ ਪਿਛੇਤਰ ਜਿਹੜੇ ਹੈ ਸ਼ਬਦ ਬਣਾਉਣੇ ਪੈਣਗੇ ਤੁਹਾਨੂੰ, ਇਸ ਲਈ ਅਗੇਤਰ ਪਿਛੇਤਰ ਯਾਦ ਕਰਨੇ ਹਨ। ਜਿਵੇਂ ਆਪਾਂ ਥੋੜ੍ਹਾ ਦੇਖ ਲੈਂਦੇ ਹਾਂ ਅਗੇਤਰ ਬਾਰੇ। ਅਪ ਦਾ ਅਰਥ ਹੈ ਛੋਟਾ, ਅਤੇ ਇਹਦੇ ਨਾਲ ਉਤਪੰਨ ਸ਼ਬਦ ਕੀ ਹੈ? ਉਪ ਦਾ ਅਰਥ ਹੈ ਛੋਟਾ। ਇਹਦੇ ਨਾਲ ਜਿਹੜਾ ਸ਼ਬਦ ਬਣਿਆ ਹੈ ਉਪਭਾਸ਼ਾ, ਉਪਨਾਮ, ਉਪਮੰਤਰੀ। ਦੂਜਾ ਸ਼ਬਦ ਹੈ ਉਨ, ਗਿਣਤੀ ਵਜੋਂ ਇੱਕ ਘੱਟ, ਮਤਲਬ ਗਿਣਤੀ 'ਚ ਘੱਟ, 39, 59, 79 ਆਦਿ। ਤੀਸਰਾ ਸ਼ਬਦ ਹੈ ਉੱਚ। ਉੱਚ ਦਾ ਅਰਥ ਹੈ ਉੱਚਾ, ਵੱਡਾ। ਉੱਚ ਕੋਟੀ, ਉੱਚ ਵਿਦਿਆ, ਉੱਚ ਯੋਗਤਾ, ਉੱਚ ਅਧਿਕਾਰੀ ਆਦਿ। ਨੈਕਸਟ ਸ਼ਬਦ ਹੈ ਅ ਮਤਲਬ ਨਾਵਾਚਕ, ਬਿਨਾਂ। ਅਕੈ, ਅਸੈ, ਅਕੱਥ ਆਦਿ। ਉਸੇ ਤਰ੍ਹਾਂ ਅਨ ਜਿਹੜਾ ਹੈ ਉਹ ਵੀ ਨਾਵਾਚਕ ਸ਼ਬਦ ਹੈ। ਅਣਗਿਣਤ, ਅਣਥੱਕ, ਅਣਪਛਾਤਾ। ਅਗਲਾ ਸ਼ਬਦ ਹੈ ਅਣ, ਇਹ ਵੀ ਨਾਵਾਚਕ ਹੈ। ਅਨਪੜ੍ਹ ਮਤਲਬ ਬਿਨਾਂ ਪੜ੍ਹਿਆ ਹੋਇਆ, ਜਿਹੜਾ ਪੜ੍ਹਿਆ ਨਾ ਹੋਵੇ ਅਨਪੜ੍ਹ। ਅਨਰਥ, ਅਨਾਦਰ, ਅਨੰਤ ਆਦਿ। ਨੈਕਸਟ ਸ਼ਬਦ ਹੈ ਔ। ਔ ਦਾ ਮਤਲਬ ਬੁਰਾ। ਔਗੁਣ, ਬੁਰੇ ਗੁਣਾਂ ਵਾਲਾ, ਬੁਰੇ ਗੁਣ ਔਗੁਣ, ਔਗਤ। ਨੈਕਸਟ ਸ਼ਬਦ ਹੈ ਅਤ। ਅਤ ਮਤਲਬ ਬਹੁਤ। ਅਤ ਕਥਨੀ, ਅਤ ਅੰਤ, ਅਤ ਨੀਚ, ਅਤਵਾਦ। ਇਸੇ ਤਰ੍ਹਾਂ ਅੰਤਰ। ਅੰਤਰ ਦਾ ਮਤਲਬ ਅੰਦਰ, ਅੰਤਰਜਾਮੀ, ਅੰਤਰ ਧਿਆਨ, ਅੰਤਰ ਦ੍ਰਿਸ਼ਟੀ। ਅਸ਼ਟ, ਅਸ਼ਟਪਦੀ, ਅਸ਼ਟਭੁਜਾ, ਅਸ਼ਟਕੋਣ ਆਦਿ। ਬੇਟਾ ਤੁਸੀਂ ਇਹ ਸਾਰੇ ਜਿਹੜੇ ਅਗੇਤਰ ਹੈ ਤੁਹਾਨੂੰ ਕਮ ਸੇ ਕਮ 3-3 4-4 ਅਗੇਤਰ ਯਾਦ ਕਰਨੇ ਪੈਣਗੇ। ਜਿਹਦੇ 3-3 4-4 ਹੈ ਉਹ ਯਾਦ ਕਰੋ, ਨਹੀਂ 3 ਤਾਂ ਹਰ ਹਾਲਤ 'ਚ ਤੁਸੀਂ ਅਗੇਤਰ ਲਰਨ ਕਰਨੇ ਹਨ। ਔਰ ਬਣਾਉਣੇ ਆਉਣਗੇ ਤਾਂ 2-2 3-3 ਅਗੇਤਰਾਂ ਨਾਲ ਲੱਗੇ ਹੋਏ ਸ਼ਬਦ ਬਣਾਉਣੇ ਹੈ, ਤਾਂ ਕਿ ਜੇ ਇੱਕ ਅੱਧਾ ਗਲਤ ਹੋ ਜਾਏ ਤਾਂ 2 ਦੇ ਨੰਬਰ ਮਿਲ ਸਕਣ। ਜਿਵੇਂ ਅਪ ਹੈ, ਅਪ ਨਾਲ ਬਣੇ ਸ਼ਬਦ ਹਨ। ਅਪਸ਼ਬਦ, ਅਪਸ਼ਗਨ, ਅਪਮਾਨ। ਅੱਧ, ਅੱਧ ਦਾ ਮਤਲਬ ਅੱਧਾ। ਅੱਧ ਖੜ, ਅੱਧ ਖੁੱਲ੍ਹਾ, ਅੱਧ ਮੋਇਆ। ਅਗਲਾ ਸ਼ਬਦ ਹੈ ਆਤਮ ਮਤਲਬ ਆਪਣਾ। ਆਤਮ ਨਿਰਭਰ, ਆਤਮ ਕਥਾ, ਆਤਮ ਹੱਤਿਆ। ਨੈਕਸਟ ਸ਼ਬਦ ਹੈ ਇੱਕ, ਗਿਣਤੀ। ਇੱਕ ਪਾਸੜ, ਇੱਕ ਮਿੱਕ, ਇੱਕ ਜੁੱਟ। ਸੱਸਾ, ਸੱਸੇ ਦਾ ਮਤਲਬ ਸਾਤ। ਹਾਂ ਬੇਟੇ ਜਿਹੜੇ ਅਗੇਤਰ ਜਿਹੜੇ ਹੈ ਉਹ ਅੱਖਰ ਵੀ ਹੋ ਸਕਦੇ ਹੈ ਔਰ ਸ਼ਬਦ ਵੀ ਹੋ ਸਕਦੇ ਹੈ। ਸ਼ਬਦ ਦਾ ਹਿੱਸਾ ਵੀ ਹੋ ਸਕਦੇ ਔਰ ਇਕੱਲੇ ਅੱਖਰ ਵੀ ਹੋ ਸਕਦੇ ਹੈ। ਜਿਵੇਂ ਸੱਸਾ ਹੈ, ਇਹ ਸਿਰਫ ਇੱਕ ਅੱਖਰ ਹੈ। ਸੱਸੇ ਦਾ ਮਤਲਬ ਸਾਤ, ਸਚਿੱਤਰ, ਸਜੀਵ, ਸਫਲ ਆਦਿ। ਸੁ, ਸੁਪਤਨੀ, ਸੁਚੱਜਾ, ਸੁਸ਼ੀਲ, ਸੁਭਾਗਾ। ਨੈਕਸਟ ਹੈ ਸਹਿ। ਸਹਿ ਦਾ ਮਤਲਬ ਨਾਲ ਰਲ ਕੇ। ਸਹਿਪਾਠੀ, ਸਹਿਯੋਗ, ਸਹਿਮਤ, ਸਹਿਕਾਰੀ, ਸਹਿਗਾਨ। ਬੇਟਾ ਇਹ ਅਗੇਤਰ ਪਿਛੇਤਰ ਵਾਲਾ ਚੈਪਟਰ ਧਿਆਨ ਨਾਲ ਪੜ੍ਹਨਾ ਔਰ ਅਗੇਤਰ ਯਾਦ ਕਰ ਲੈਣਾ। ਧੰਨਵਾਦ।